गुरु प्यारी साध संगत जीओ वाहिगुरु जी का खालसा वाहिगुरु जी की फतेह। आओ अज आपां वड्डे घल्लूघारा जो कि 5 फरवरी 1762 ईस्वी ਨੂੰ ਵਾਪਰਿਆ उस इतिहासक घल्लूघारे ਦੀ विचार ਸਾਂਝੀ करनी है। सिख जगत अंदर बहुत सारे ऐसे भयानक साकरे घल्लूघारे वापरे हैं जिन्हां दे विच बेशुमार सिखां दा लहू डुलिया है। ते घल्लूघारे दा अर्थ जो हुंदा है वो हुंदा है पूरी तरह सब कुछ बर्बाद कर देना, सर्वनाश कर देना, सब कुछ मलिया मेट कर देना। ते इन्हां घल्लूघारियां विचों ही सानूं साडे बजुर्ग शहीदां दे दर्शन होने ने। उन्हां दा सिदक, उन्हां दा सबर, उन्हां दी शिद्दत, उन्हां दी अंदर जो जोश है, जो सिੱਖੀ ਨੂੰ कमाउण दी भावना सी कि किवें साडे पुरातन बजुर्ग साडे सिख सिੱਖੀ ਲਈ सब कुछ कुर्बान कर गए। सब कुछ मलिया मेट हो गया, घर परिवार खत्म हो गए, बच्चे कोह के शहीद किए गए, पर उन्होंने सिੱਖੀ ਨੂੰ नहीं त्याग्या। तां ही किसी विद्वान सज्जन ने लिखिया है कि जिन्हां कौमां नूं अपनी होंद दा एहसास नहीं हुंदा उन्हां कौमां दा इस जग ते कोई इतिहास नहीं हुंदा। असीं बहुत सारियां कुर्बानियां दे के सिख इतिहास नूं सुरजीत कीता है। बहुत सारे सिखां ने अपने पिंडे ते जुल्म हंडाए ने ते घल्लूघारे सिख जगत विच 18वीं सदी विच 2 वड्डे घल्लूघारे वापरे ने। वैसे 1984 दे विच जो भाणा वापरिया उहनूं भी असीं घल्लूघारा ही कहंदे हां। जून 84 घल्लूघारा। 18वीं सदी विच पहला घल्लूघारा वापरिया सी 1746 ईस्वी नूं, जो मार्च तो लैके तकरीबन मई ਜਾਂ जून तक ਚੱਲਿਆ। ਉਹਦੇ ਵਿੱਚ 10,000 ਦੇ ਕਰੀਬ ਸਿੱਖਾਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ। ਉਦੋਂ ਤੱਕ ਉਹਨੂੰ ਕੇਵਲ ਘੱਲੂਘਾਰਾ ਕਿਹਾ ਜਾਂਦਾ ਸੀ, ਪਰ ਜਦੋਂ 1762 ਈਸਵੀ ਵਿੱਚ ਇਹ ਘੱਲੂਘਾਰਾ ਵਾਪਰ ਗਿਆ, ਇਹਦੇ ਵਿੱਚ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਤਕਰੀਬਨ 30,000 ਦੇ ਕਰੀਬ ਸਿੱਖ ਇੱਕੋ ਦਿਨ ਵਿੱਚ ਮਾਰੇ ਗਏ, ਸ਼ਹੀਦ ਹੋ ਗਏ। ਉਦੋਂ ਫਿਰ ਇਹਨੂੰ ਵੱਡਾ ਘੱਲੂਘਾਰਾ ਤੇ 1746 ਵਾਲੇ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗ ਪਿਆ। ਜਦੋਂ ਅਬਦਾਲੀ ਹਿੰਦੁਸਤਾਨ ਦੇ ਉੱਪਰ हमले करता है, वह बार बार हमले करता है। उन्हें तकरीबन 10 ਜਾਂ 12 हमले हिंदुस्तान ते कीते ने। 5 हमले उन्हें कीते जी। 5वां हमला किया उन्हें जिस विच उहदी मरहट्टियां नाल पानीपत दी धरती ते लड़ाई हुंदी है। इस लड़ाई दे विच जितदा है ते जित के बहुत सारा हिंदुस्तान दा माल असबाब, सोना चांदी, गहने गट्टे, इत्थों तक इत्थों दे मर्द बच्चे ते तीमियां नूं, औरतां नूं गुलाम बना के लै गया। ਉਹਦੇ ਇਸ ਭਿਆਨਕ ਕਾਰੇ ਤੋਂ ਬਾਅਦ ਸਾਡੇ ਸਿੱਖ ਜਰਨੈਲਾਂ ਨੇ ਅਬਦਾਲੀ ਨੂੰ ਸੁੱਕਾ ਨਾ ਜਾਣ ਦਿੱਤਾ। ਲਾਹੌਰ ਤੱਕ ਪਹੁੰਚਦਿਆਂ ਅਬਦਾਲੀ ਦਾ ਭਾਰ ਹਲਕਾ ਕਰ ਦਿੱਤਾ। ਭਾਵ ਲੁਕ ਛਿਪ ਕੇ ਉੱਤੇ ਕਈ ਹਮਲੇ ਕੀਤੇ। ਜਦੋਂ ਵਾਪਸ ਅਫਗਾਨਿਸਤਾਨ ਮੁੜਦਾ ਸੀ, ਹਮਲਿਆਂ ਦੇ ਵਿੱਚ ਉਹਦਾ ਬਹੁਤ ਸਾਰਾ ਮਾਲ ਅਸਬਾਬ ਲੁੱਟ ਦਾ ਖੋਹ ਲਿਆ। ਬਹੁਤ ਸਾਰੀਆਂ ਧੀਆਂ ਭੈਣਾਂ ਬੱਚੀਆਂ ਨੂੰ ਬਚਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਗਿਆ। ਉਹਦਾ ਭਾਰ ਹਲਕਾ ਕੀਤਾ। ਬਹੁਤ ਸੋਨਾ ਚਾਂਦੀ ਹਥਿਆਰ ਵੀ ਉਹਦੇ ਖੋਹ ਲਏ ਗਏ। ਅਬਦਾਲੀ ਇਸ ਗੱਲ ਤੋਂ ਬੜਾ ਖਫਾ ਸੀ ਤੇ ਅਬਦਾਲੀ ਤੱਕ ਸਿੱਖਾਂ ਦੀ ਮੁਖਬਰੀ ਕਰਨ ਵਾਲਾ ਬੰਦਾ ਸੀ ਜੰਡਿਆਲੇ ਦਾ ਆਕਲਦਾਸ ਨਿਰੰਜਨੀਆ। ਇਹ ਸਾਰੀ ਮੁਖਬਰੀ ਅਬਦਾਲੀ ਤੱਕ ਪਹੁੰਚਾਉਂਦਾ ਸੀ ਸਿੱਖਾਂ ਦੀ ਕਿ ਸਿੱਖ ਕੀ ਕਰਦੇ ਨੇ, ਕਿੱਥੇ ਰਹਿੰਦੇ, ਇਹਨਾਂ ਦੀ ਤਿਆਰੀ ਕੀ ਹੈ, ਪਲੈਨਿੰਗ ਕੀ ਹੈ, ਕਿਵੇਂ ਵਿਚਰਦੇ ਨੇ, ਕੀ ਇਹਨਾਂ ਦੀ ਰਣਨੀਤੀ ਹੈ। ਇਹ ਸਾਰੀਆਂ ਮੁਖਬਰੀਆਂ ਤੇ ਕਨਸੂਆਂ ਅਬਦਾਲੀ ਤੱਕ ਆਕਲਦਾਸ ਨਿਰੰਜਨੀਆ ਜੰਡਿਆਲੇ ਦਾ ਨਿਰੰਜਨੀਆ ਸੰਪਰਦਾਇ ਨਾਲ ਸੰਬੰਧ ਸੀ, ਉਹ ਅਬਦਾਲੀ ਤੱਕ ਇਹ ਖਬਰਾਂ ਪਹੁੰਚਾਉਂਦਾ ਸੀ। ਸਾਧ ਸੰਗਤ, ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਨਿਰੰਜਨੀਆ ਆਕਲਦਾਸ ਸਾਡੀ ਮੁਖਬਰੀ ਕਰਦਾ ਹੈ ਤੇ ਸਿੱਖਾਂ ਨੇ ਉਸ ਮਰਹੱਟਿਆਂ ਵਾਲੀ ਪਾਣੀਪਤ ਦੀ ਲੜਾਈ ਤੋਂ ਬਾਅਦ ਜਦੋਂ ਇਹ ਅਬਦਾਲੀ ਵਾਪਸ ਗਿਆ, ਉਹ ਤੇ ਹਮਲੇ ਦੌਰਾਨ ਲੁੱਟ ਦਾ ਮਾਲ ਖੋਹਣ ਤੋਂ ਬਾਅਦ ਸਿੱਖਾਂ ਨੇ ਕਈ ਇਲਾਕਿਆਂ ਵਿੱਚ ਆਪਣਾ ਕਬਜ਼ਾ ਕਰ ਲਿਆ। ਸਿਆਲਕੋਟ, ਗੁਜਰਾਂਵਾਲਾ, ਲਾਹੌਰ ਤੱਕ ਸਿੱਖਾਂ ਦੀ ਧਾਕ ਜੰਮ ਗਈ। ਇਹਨਾਂ ਨੇ ਆਪਣਾ ਸਿੱਕਾ ਚਲਾ ਲਿਆ। ਸੁਲਤਾਨੁਲ ਕੌਮ ਦੀ ਉਪਾਧੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ ਗਈ। ਉਸ ਵੇਲੇ ਆਕਲ ਨਿਰੰਜਨੀ ਨੂੰ ਗ੍ਰਿਫਤਾਰ ਕੀਤਾ, ਇਹਨੂੰ ਸੋਧਾ ਲਾਇਆ ਤੇ ਇਹਨੇ ਹੱਥ ਜੋੜ ਕੇ ਖਿਮਾ ਮੰਗੀ ਵੀ ਮੈਂ ਅੱਗੇ ਤੋਂ ਕੌਮ ਦਾ ਵਫਾਦਾਰ ਰਵਾਂਗਾ, ਮੇਰੀ ਜਾਨ ਬਖਸ਼ੀ ਜਾਏ, ਮੇਰੀਆਂ ਗਲਤੀਆਂ ਨੂੰ, ਭੁੱਲਾਂ ਨੂੰ ਖਿਮਾ ਕਰ ਦਿੱਤਾ ਜਾਏ,
ਇਹਨੇ ਤਰਲੇ ਮਿੰਨਤਾਂ ਕੀਤੇ, ਸਿੱਖ ਤੇ ਬੜੇ ਬਖਸ਼ਣਹਾਰੇ ਨੇ, ਜੀ ਤੁਹਾਡਾ ਗੁਰੂ ਬਖਸ਼ਣਹਾਰ ਹੈ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਮੈਂ ਅੱਗੇ ਤੋਂ ਐਸੀ ਭੁੱਲ ਨਹੀਂ ਕਰਾਂਗਾ। ਸਿੱਖਾਂ ਨੇ ਤਰਸ ਕਰਕੇ ਇਹਨੂੰ ਬਖਸ਼ ਦਿੱਤਾ। ਤੇ ਕਮਾਲ ਦੀ ਗੱਲ ਹੈ ਵੀ ਸਿੱਖੀ ਦਾ ਤੇ ਸੁਭਾਅ ਹੀ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਪਰ ਉਸ ਆਕਲ ਦਾਸ ਨੇ ਇਸ ਚੀਜ਼ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿੱਖਾਂ ਨਾਲ ਹਰਾਮਖੋਰੀ ਕੀਤੀ। ਇਹਨੇ ਆਪਣੀ ਮੌਕੇ ਤੇ ਜਾਨ ਬਚਾ ਲਈ, ਪਰ ਜਦੋਂ ਆਕਲ ਦਾਸ ਨਰਿੰਜਨੀ ਨੂੰ ਪਤਾ ਲੱਗਾ ਵੀ ਹੁਣ ਮੈਂ ਬਚ ਗਿਆ, ਪਰ ਸਿੱਖਾਂ ਨੇ ਹੁਣ ਮੇਰੇ ਤੇ ਨਿਗਾਹ ਰੱਖਣੀ ਹੈ, ਭਾਵ ਜੇ ਇਹ ਰਹਿਣਗੇ ਤੇ ਮੈਂ ਜਿਉਂਦਾ ਨਹੀਂ ਬਚਾਂਗਾ, ਇਹਨੇ ਫਿਰ ਅਬਦਾਲੀ ਨਾਲ ਮੁਖਬਰੀ ਕੀਤੀ ਤੇ ਉਹਨੂੰ ਸਿੱਖਾਂ ਦੇ ਉੱਪਰ ਹਮਲਾ ਕਰਨ ਲਈ ਉਕਸਾਇਆ। ਇਹ ਉਕਸਾ ਕੇ ਲੈ ਆਇਆ। ਇਹਦੇ ਨਾਲ ਸਰਹੰਦ ਦਾ ਨਵਾਬ ਜੈਨ ਖਾਨ ਰਲ ਗਿਆ। ਜੈਨ ਖਾਨ ਤੇ ਆਕਲ ਦਾਸ ਨੇ ਅਬਦਾਲੀ ਨੂੰ ਛੇਤੀ ਤੋਂ ਛੇਤੀ ਸਿੱਖਾਂ ਦੇ ਉੱਪਰ ਹਮਲਾ ਕਰਨ ਲਈ ਪ੍ਰੇਰਿਆ। ਕਿਉਂ? ਕਿਉਂਕਿ ਸਿੱਖ ਜੰਡਿਆਲੇ ਦੀ ਧਰਤੀ ਤੇ ਇਕੱਤਰ ਹੋਏ ਬੈਠੇ ਸਨ। ਸਿੱਖਾਂ ਨੂੰ ਜਦੋਂ ਪਤਾ ਲੱਗਾ, ਨਵਾਬ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆ ਆਦਿ ਜਰਨੈਲ, ਹਰੀ ਸਿੰਘ ਭੰਗੀ ਆਦਿ ਜਰਨੈਲ, ਇਹਨਾਂ ਨੂੰ ਤੁਰੰਤ ਖਬਰ ਮਿਲ ਗਈ ਕਿ ਅਬਦਾਲੀ ਸਿੱਖਾਂ ਤੇ ਹਮਲਾ ਕਰਨ ਵਾਸਤੇ, ਹੁਣ ਸਪੈਸ਼ਲੀ ਤੌਰ ਤੇ ਸਾਡੇ ਤੇ ਹਮਲਾ ਕਰਨ ਵਾਸਤੇ ਆ ਰਿਹਾ। ਸਿੱਖਾਂ ਨੇ ਤੁਰੰਤ ਜੰਡਿਆਲੇ ਤੋਂ ਆਪਣੇ ਵਜ਼ੀਰ ਸਮੇਤ ਕੂਚ ਕੀਤਾ ਕਿ ਕਿਸੇ ਸੁਰੱਖਿਅਤ ਟਿਕਾਣੇ ਵੱਲ ਨਿਕਲੀਏ। ਉਹ ਸੁਰੱਖਿਅਤ ਟਿਕਾਣਾ ਸੀ ਕਿ ਅਸੀਂ ਮਾਲਵੇ ਦੀ ਧਰਤੀ ਤੇ ਪਹੁੰਚੀਏ। ਉਸ ਤੋਂ ਬਾਅਦ ਅਸੀਂ ਗੰਗਾ ਨਗਰ ਵਾਲੇ ਪਾਸੇ ਨਿਕਲਾਂਗੇ, ਰੇਤ ਇਲਾਕੇ ਵਿੱਚ, ਜਾਂ ਫਿਰ ਲੱਖੀ ਜੰਗਲ, ਖਾਲਸਾ ਦਾ ਜੋ ਲੱਖੀ ਜੰਗਲ ਹੈ ਉਹਦੇ ਵਿੱਚ ਸਾਡੀ ਕੁਝ ਮਦਦ ਹੋ ਸਕਦੀ ਹੈ। ਇਹ ਨਿਕਲੇ ਜੀ, ਤੁਰੇ। ਹੁਣ ਕੁੱਪਰਹੀੜੇ ਤੱਕ ਇਹ ਜੱਥਾ ਪਹੁੰਚਿਆ ਸੀ। ਸਾਡੇ ਸਿੱਖਾਂ ਦਾ ਜੋ ਵਹੀਰ ਸੀ ਉਹਦੇ ਵਿੱਚ ਤਕਰੀਬਨ ਮੰਨਿਆ ਜਾਂਦਾ ਜੀ 50,000 ਦੇ ਕਰੀਬ ਸਿੱਖ ਸਨ ਉਸ ਪੂਰੇ ਵਹੀਰ ਦੇ ਵਿੱਚ, ਪੂਰੇ ਜੱਥੇ ਦੇ ਵਿੱਚ। ਪਰ ਬਹੁਤੀ ਗਿਣਤੀ ਸਾਧ ਸੰਗਤ ਉਸ ਜੱਥੇ ਦੇ ਵਿੱਚ ਜਿਹੜੀ ਬਹੁ ਗਿਣਤੀ ਸੀ ਉਹ ਬਜ਼ੁਰਗਾਂ ਦੀ, ਬੱਚਿਆਂ ਅਤੇ ਮਾਤਾਵਾਂ ਭੈਣਾਂ ਦੀ ਸੀ, ਔਰਤਾਂ ਦੀ ਸੀ। ਜਿਹੜੇ ਯੋਧੇ, ਜਰਨੈਲ, ਲੜਾਕੂ, ਨੌਜਵਾਨ ਸਨ, ਲੜਨ ਵਾਲੇ ਸਨ, ਉਹ ਕੇਵਲ 20,000 ਦੀ ਗਿਣਤੀ ਵਿੱਚ ਸਨ। 30,000 ਉਹਨਾਂ ਦੀ ਗਿਣਤੀ ਸੀ, ਆਮ ਸੰਗਤ ਦੀ ਗਿਣਤੀ। 3 ਫਰਵਰੀ ਨੂੰ ਲਾਹੌਰ ਤੋਂ ਅਹਿਮਦ ਸ਼ਾਹ ਅਬਦਾਲੀ ਤੁਰਦਾ ਹੈ ਤੇ ਸਿੱਖਾਂ ਨੂੰ ਇਹ ਸੀ ਵੀ ਉਹ ਤੁਰਿਆ ਤੇ ਉਹ 6 ਸ਼ਾਮ ਤੱਕ ਜਾਂ 7 ਤੱਕ ਪਹੁੰਚੇਗਾ। ਪਰ ਅਹਿਮਦ ਸ਼ਾਹ ਅਬਦਾਲੀ ਉਹ ਘੋੜਸਵਾਰ ਚੰਗਾ ਸੀ, ਉਹ ਜਰਨੈਲ ਵੀ ਚੰਗਾ ਸੀ। ਉਹਨੇ 4 ਤਰੀਕ ਰਾਤ ਨੂੰ ਬਿਲਕੁਲ ਕੁੱਪਰਹੀੜੇ ਦੇ ਨੇੜੇ ਪਹੁੰਚ ਕੇ ਟਿਕਾਣਾ ਕਰ ਲਿਆ। ਤੇ ਇੱਧਰੋਂ ਜੈਨ ਖਾਨ, ਮਲੇਰਕੋਟਲੇ ਦਾ ਨਵਾਬ ਭੀਖਨ ਖਾਨ ਤੇ ਆਕਲ ਦਾਸ ਵਰਗਿਆਂ ਨੂੰ ਤਾੜਨਾ ਕੀਤੀ ਕਿ ਤੁਸੀਂ ਸਿੱਖਾਂ ਨੂੰ ਮੂਹਰਿਓਂ ਘੇਰੋ, ਤੁਸੀਂ ਇਹਨਾਂ ਨੂੰ ਜੰਗ ਵਿੱਚ ਉਲਝਾਓ, ਸਵੇਰੇ ਸਾਜਰੇ ਮੈਂ ਇੱਥੇ ਪਹੁੰਚ ਜਾਣਾ ਹੈ। ਉਹੀ ਕੰਮ ਹੋਇਆ। ਸਿੱਖਾਂ ਦੇ ਕੋਲ ਇਹ ਕੁੱਪਰਹੀੜੇ ਦੀ ਧਰਤੀ ਤੇ ਤਕਰੀਬਨ ਕਹਿੰਦੇ ਪੌ ਫੁਟਾਲੇ ਤੱਕ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਘੇਰਾ ਪਾ ਲਿਆ। ਹੁਣ ਇੱਕ ਪਾਸਿਓਂ, ਅਗਲੇ ਪਾਸਿਓਂ ਜ਼ੈਨ ਖਾਨ, ਭੀਖਮ ਖਾਨ ਨੇ, ਇੱਧਰੋਂ ਅਬਦਾਲੀ ਆ ਗਿਆ, ਸਿੱਖ ਵਿੱਚ ਘਿਰ ਗਿਆ। ਕਿਉਂਕਿ ਸਿੱਖਾਂ ਨੇ ਸੋਚਿਆ ਨਹੀਂ ਸੀ ਅਚਨਚੇਤ ਇੰਨੀ ਛੇਤੀ ਅਬਦਾਲੀ ਸਾਨੂੰ ਘੇਰਾ ਪਾ ਲੇਗਾ। ਇਹਨਾਂ ਦਾ ਖਿਆਲ ਸੀ ਕਿ ਅਸੀਂ ਜਦ ਤੱਕ ਅਬਦਾਲੀ ਆਏਗਾ ਅਸੀਂ ਮਾਲਵੇ ਦੇ ਵਾਲੇ ਪਾਸੇ ਬਰਨਾਲਾ ਟੱਪ ਕੇ ਅਸੀਂ ਅੱਗੇ ਸੁਰੱਖਿਅਤ ਥਾਵਾਂ ਵੱਲ ਚੱਲਾਂਗੇ, ਉੱਥੋਂ ਸਾਨੂੰ ਬਾਬਾ ਆਲਾ ਸਿੰਘ ਦੀ ਮਦਦ ਮਿਲ ਜਾਏਗੀ। ਪਰ ਐਸਾ ਕੁਝ ਵੀ ਨਾ ਹੋ ਸਕਿਆ। ਆਖਰ ਨੂੰ ਭਾਣਾ ਵਾਪਰਿਆ। ਸਾਧ ਸੰਗਤ, ਅਬਦਾਲੀ ਦੀ ਗਿਣਤੀ ਜਿਹੜੀ ਸੀ ਸੈਨਾ ਦੀ ਬਹੁਤ ਜ਼ਿਆਦਾ ਵੱਡੀ ਸੀ। 1 ਲੱਖ ਤੋਂ ਕਰੀਬ ਉੱਪਰ ਉਹ ਸੈਨਿਕ ਲੈ ਕੇ ਆਇਆ ਸੀ ਤੇ ਸਿੱਖਾਂ ਦੇ ਵਿੱਚ ਜਿਹੜੇ ਜੁਝਾਰੂਆਂ ਦੀ ਗਿਣਤੀ ਉਹ ਕੇਵਲ 20,000 ਹੈ। ਇੱਧਰ ਫਿਰ ਇਹਨੂੰ ਨਵਾਬ ਜੈਨ ਖਾਨ, ਨਵਾਬ ਭੀਖਨ ਖਾਨ ਦੀ ਵੀ ਮਦਦ ਹਾਸਲ ਹੋ ਗਈ, ਨਵਾਬ ਸਰਹੰਦ ਦਾ, ਮਲੇਰਕੋਟਲੇ ਦਾ। ਤੇ ਕਮਾਲ ਦੀ ਗੱਲ, ਆਲੇ ਦੁਆਲੇ ਦੇ ਪਿੰਡਾਂ ਵਾਲੇ ਇਲਾਕੇ ਵਾਲਿਆਂ ਨੇ ਵੀ ਸਿੱਖਾਂ ਦੀ ਕੋਈ ਮਦਦ ਨਾ ਕੀਤੀ, ਕਿਸੇ ਨੇ ਕੋਈ ਮਦਦ ਨਾ ਕੀਤੀ। ਕੁਤਬੇ ਬ੍ਰਾਹਮਣ ਤੱਕ ਪਹੁੰਚ ਕੇ ਇਹ ਜਿਹੜਾ ਸੀ ਘੱਲੂਘਾਰਾ ਖਤਮ ਹੋਇਆ ਸੀ। ਜਦੋਂ ਸਿੱਖਾਂ ਤੇ ਅਚਨਚੇਤ ਹਮਲਾ ਹੋਇਆ ਤੇ ਉਸ ਵੇਲੇ ਤੱਕ ਸਿੱਖ ਹਲੇ ਅਵੇਸਲੇ ਸਨ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ, ਉਹ ਅੱਗੇ ਆਪਣੇ ਵਹੀਰ ਨੂੰ ਤੋਰਨ ਵਾਲੇ ਪਾਸੇ ਉਹਨਾਂ ਦਾ ਧਿਆਨ ਸੀ। ਹਮਲਾ ਹੋ ਗਿਆ, ਛੇਤੀ ਨਾਲ ਸੰਭਲੇ ਤੇ ਆਪਣੇ ਹਥਿਆਰ ਲਏ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਲੱਗ ਪਏ। ਤੇ ਹੁਣ ਸਿੱਖਾਂ ਸਨਮੁਖ ਵੱਡਾ ਮਸਲਾ ਇਹ ਸੀ ਕਿ ਸਭ ਤੋਂ ਪਹਿਲਾਂ ਸੀ ਵਹੀਰ ਨੂੰ ਬਚਾਉਣਾ, ਭਾਵ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦੀ ਸੰਭਾਲ ਵੀ ਕਰਨੀ ਹੈ, ਦੁਸ਼ਮਣ ਨੂੰ ਵੀ ਰੋਕਣਾ ਤੇ ਇਹਨੂੰ ਵੀ ਬਚਾਉਣਾ। ਤੇ ਬਚਾਉਣ ਲਈ ਸਿੱਖਾਂ ਨੇ ਉਹਨਾਂ ਸਾਰਿਆਂ ਨੂੰ ਇੱਕ ਘੇਰੇ ਦੇ ਵਿੱਚ ਲੈ ਲਿਆ, ਭਾਵ ਚਾਰੇ ਪਾਸੇ ਸਿੱਖਾਂ ਨੇ ਇੱਕ ਦੀਵਾਰ ਬਣਾ ਲਈ। ਹੁਣ ਦੀਵਾਰ ਬਣ ਗਈ ਹੈ ਤੇ ਵਹੀਰ ਨੂੰ ਫਿਰ ਇੱਕ ਨਵਾਬ ਜੱਸਾ ਸਿੰਘ ਆਹਲੂਵਾਲੇ ਨੇ ਗੱਲ ਕਹੀ ਵੀ ਤੁਰਦੇ ਤੁਰਦੇ ਲੜਦੇ ਚੱਲੋ, ਲੜਦੇ ਲੜਦੇ ਤੁਰਦੇ ਚੱਲੋ। ਹੁਣ ਜੰਗ ਰੁੱਕ ਕੇ ਲੜਨ ਦਾ ਸਮਾਂ ਨਹੀਂ ਹੈ, ਜੰਗ ਲੜਦੇ ਲੜਦੇ ਤੁਰਦੇ ਜਾਣਾ। ਤੇ ਉਹ ਵਹੀਰ ਦੇ ਆਲੇ ਦੁਆਲੇ ਜੋ ਚੱਕਰ ਬਣਾਇਆ, ਉਹ ਚੱਕਰ ਦੇ ਵਿੱਚ ਸਾਰੇ ਜਿਹੜੇ ਸਨ ਉਹ ਜੁਝਾਰੂ ਸਿੰਘ ਸਨ। ਜੰਗ ਹੋਇਆ, ਗਹਿ ਗਚ ਲੜਾਈ, ਬਹੁਤ ਸਾਰੇ ਸਿੱਖ ਸ਼ਹੀਦ ਹੋਏ, ਦੁਸ਼ਮਣਾਂ ਦਾ ਵੀ ਜਾਨੀ ਨੁਕਸਾਨ ਹੋਇਆ। ਪਰ ਇੱਕ ਥਾਂ ਤੇ ਆ ਕੇ ਇਹ ਦੁਸ਼ਮਣਾਂ ਦਾ ਵਹੀਰ ਸਾਡੇ ਸਿੱਖਾਂ ਦੇ
इस चक्कर नूं तोड़न विच कामयाब हो गया। सिख वहीर दे उपर हमला होया बड़ा वड्डा। उस हमले दे विच साध संगत बहुत ज़्यादा जानी नुकसान होया। बहुत सारे बजुर्ग, बच्चे ते औरतां उदों शहीद हो गईयां। सिੱਖੀ ਦਾ बहुत ਵੱਡਾ नुकसान होया, तां ही इहनूं घल्लूघारा कहा। वहीर टुटिया, ਚੱਕਰ टुट गया, ਉਹਦੇ ਵਿੱਚ ਫਿਰ ਜਾਨੀ ਮਾਲੀ ਨੁਕਸਾਨ ਬੜਾ ਵੱਡੀ ਪੱਧਰ ਤੇ ਹੁੰਦਾ ਹੈ। ਤੇ ਉਹ ਤੋਂ ਬਾਅਦ ਵੀ ਸਿੱਖ ਫਿਰ ਵੀ ਰੁਕੇ ਨਹੀਂ। ਇਹ ਜਿੰਨੀ ਜਲਦੀ ਹੋ ਸਕਦਾ ਸੀ ਅਗਲੇ ਪੜਾਅ ਵੱਲ ਜਾਣਾ ਲੋਚਦੇ ਸਨ। ਆਖਰ ਨੂੰ ਕੁਤਬੇ ਬਾਹਮਣੀ ਪਿੰਡ ਕੋਲ ਜਾ ਕੇ ਉੱਥੇ ਇੱਕ ਢਾਬ ਦੇ ਉੱਪਰ ਇਹ ਜੱਥਾ ਰੁਕਿਆ। ਹੁਣ ਕਹਿੰਦੇ ਦੁਪਹਿਰ ਤੋਂ ਬਾਅਦ ਦਾ ਵਕਤ ਹੋ ਚੁੱਕਿਆ ਸੀ। ਤਕਰੀਬਨ 6-7 ਘੰਟੇ ਲਗਾਤਾਰ ਲੜਾਈ ਚੱਲੀ। ਲਗਾਤਾਰ ਜੰਗ ਲੜਨ ਦੇ ਕਾਰਨ ਦੋਵੇਂ ਪਾਸੇ ਦੀਆਂ ਫੌਜਾਂ ਨੂੰ ਪਿਆਸ ਲੱਗੀ। ਇੱਕ ਢਾਬ ਦੇ ਉੱਪਰ ਇੱਕ ਪਾਸੇ ਹੁਣ ਦੇਖੋ ਅਬਦਾਲੀ ਦੀ ਫੌਜ ਪਾਣੀ ਪੀ ਰਹੀ ਹੈ, ਦੂਸਰੇ ਪਾਸੇ ਸਿੱਖਾਂ ਨੇ ਪਾਣੀ ਪੀਤਾ। ਤੇ ਉਦੋਂ ਤੱਕ ਪਹੁੰਚਦਿਆਂ ਪਹੁੰਚਦਿਆਂ ਅਬਦਾਲੀ ਨੂੰ ਅਹਿਸਾਸ ਹੋ ਗਿਆ ਕਿ ਹੁਣ ਸਿੱਖਾਂ ਨੂੰ ਮੈਂ ਬੜੀ ਵੱਡੀ ਪੱਧਰ ਤੇ ਮਾਰ ਦੇ ਦਿੱਤੀ ਹੈ ਤੇ ਮੇਰੀ ਫੌਜ ਵੀ ਥੱਕ ਗਈ। ਮੈਂ ਪਹਿਲੋਂ ਵੀ ਸਫ਼ਰ ਤੋਂ ਆਇਆ ਤੇ ਇੰਨੀ ਮਾਰਨ ਵਾਲੀ ਇਹ ਹੁਣ ਕਈ ਸਾਲਾਂ ਤੱਕ ਉੱਠ ਨਹੀਂ ਸਕਣਗੇ। ਤੇ ਫੌਜ ਨੇ ਵੀ ਕਹਿ ਦਿੱਤਾ ਵੀ ਹੁਣ ਹੋਰ ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ। ਇਹ ਲੜਦੇ ਵੀ ਹਨ, ਜੂਝਦੇ ਵੀ ਹਨ, ਮਾਰ ਵੀ ਦਿੱਤੇ ਹਨ, ਪਰ ਫਿਰ ਵੀ ਇਹਨਾਂ ਦੀ ਸ਼ਕਤੀ ਅਸੀਂ ਖਤਮ ਨਹੀਂ ਕਰ ਸਕਦੇ। ਜਿੰਨੀ ਜਲਦੀ ਹੋ ਸਕਦਾ ਹੁਣ ਵਾਪਸ ਚੱਲੇ। ਇੱਥੋਂ ਫਿਰ ਅਬਦਾਲੀ ਕੁਤਬੇ ਬਾਹਮਣੀ ਬਰਨਾਲੇ ਦੇ ਨਜ਼ਦੀਕ ਇਹ ਪਿੰਡ ਪੈਂਦਾ, ਉੱਥੋਂ ਇਹ ਅਬਦਾਲੀ ਦੀ ਫੌਜ ਵਾਪਸ ਮੁੜ ਗਈ। ਤੇ ਇੱਧਰ ਸਿੱਖਾਂ ਨੇ ਉਸ ਵੇਲੇ ਫਿਰ ਦੇਖਿਆ ਵੀ ਕਹਿੰਦੇ ਜੀ ਕੁੱਪਰ ਹੀੜਾ ਪਿੰਡ ਮਲੇਰਕੋਟਲੇ ਤੋਂ ਉੱਤਰ ਪੂਰਬ 12 ਕਿਲੋਮੀਟਰ ਤੋਂ ਪਿੰਡ ਕੁਤਬੇ ਬਾਹਮਣੀ ਜੋ ਬਰਨਾਲੇ ਦੇ ਵਿੱਚ ਪੈਂਦਾ, ਉੱਥੋਂ ਤੱਕ ਦਾ ਜਿੰਨਾ ਰਸਤਾ ਹੈ ਉਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ, ਸਰੀਰ ਹੀ ਸਰੀਰ ਪਏ ਨੇ। ਖੂਨ ਨਾਲ ਸਾਰੀ ਮਿੱਟੀ ਲਾਲ ਹੋ ਗਈ ਹੈ। ਸਾਧ ਸੰਗਤ ਤਕਰੀਬਨ ਮੰਨਿਆ ਜਾਂਦਾ ਹੈ ਵੀ 30,000 ਦੇ ਕਰੀਬ ਸਿੱਖ ਇਸ ਇੱਕੋ ਦਿਨ ਦੇ ਵਿੱਚ ਸ਼ਹੀਦ ਹੋਏ ਨੇ। ਤੇ ਬੇਨਤੀ ਕਰਾਂ, ਇਹ ਸ਼ਾਇਦ ਹੁਣ ਤੱਕ ਦਾ ਜਦੋਂ ਦਾ ਸਿੱਖ ਜਗਤ, ਸਿੱਖ ਇਤਿਹਾਸ ਸ਼ੁਰੂ ਹੁੰਦਾ, ਸਿੱਖ ਪੰਥ ਸ਼ੁਰੂ ਹੁੰਦਾ, ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਡਾ ਘੱਲੂਘਾਰਾ ਸਿੱਖ ਜਗਤ ਲਈ ਇੱਕੋ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸ਼ਹੀਦ ਹੋ ਜਾਣਾ। ਇਸ ਲਈ ਇਹਨੂੰ ਵੱਡਾ ਘੱਲੂਘਾਰਾ। ਪਰ ਸਿੱਖਾਂ ਦੀ ਚੜ੍ਹਦੀ ਕਲਾ ਵੇਖੋ। ਅਬਦਾਲੀ ਇਸ ਭੁਲੇਖੇ 'ਚ ਵਾਪਸ ਗਿਆ ਕਿ ਹੁਣ ਸਿੱਖਾਂ ਦੀ ਮੈਂ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ, ਇਹਨਾਂ ਦਾ ਲੱਕ ਤੋੜ ਦਿੱਤਾ ਹੈ, ਇਹ ਹੁਣ ਪਰਤ ਕੇ ਉੱਠ ਨਹੀਂ ਸਕਣਗੇ। ਪਰ ਕਮਾਲ ਦੀ ਗੱਲ, ਕਹਿੰਦੇ ਕੇਵਲ 6 ਮਹੀਨੇ ਬਾਅਦ ਸਿੱਖਾਂ ਨੇ ਇਕੱਤਰ ਹੋ ਕੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਸੋਧਾ ਲਾ ਦਿੱਤਾ। ਉਹ ਤੋਂ ਈਨ ਮਨਵਾਈ, ਉਹਨੇ ਹਾਰ ਮੰਨੀ, ਈਨ ਮੰਨੀ। ਸਰਹੰਦ ਦੇ ਉੱਪਰ ਸਿੱਖਾਂ ਦਾ ਕਬਜ਼ਾ ਹੋਇਆ। ਅਕਲਦਾਸ ਨਰੰਜਣੀ ਨੂੰ ਬਾਅਦ ਵਿੱਚ ਸੋਧਾ ਲਾ ਦਿੱਤਾ। ਤੇ ਅਬਦਾਲੀ ਬੜਾ ਹੈਰਾਨ ਹੋਇਆ ਵੀ ਕਮਾਲ ਦੀ ਗੱਲ ਹੈ, ਮੈਂ ਸੋਚਿਆ ਸੀ ਕਈ ਸਾਲ ਨਹੀਂ ਉੱਠ ਸਕਣਗੇ ਤੇ ਇਹਨਾਂ ਨੇ ਕੇਵਲ 6 ਮਹੀਨੇ ਦੇ ਵਿੱਚ ਆਪਣਾ ਰਾਜ ਜਮਾ ਲਿਆ। ਤੇ ਉਦੋਂ ਉਹਨੂੰ ਮੰਨਣਾ ਪਿਆ ਵੀ ਨਹੀਂ, ਪੂਰੇ ਹਿੰਦੁਸਤਾਨ ਵਿੱਚੋਂ ਅਗਰ ਕੋਈ ਮਰਦ ਕੌਮ ਹੈ ਤੇ ਉਹ ਸਿੱਖ ਕੌਮ ਹੈ। ਇਹ ਜਰਨੈਲਾਂ ਦੀ ਕੌਮ ਹੈ, ਇਹ ਜੁਝਾਰੂਆਂ ਦੀ ਕੌਮ ਹੈ। ਇਹਨੂੰ ਹਰਾਉਣਾ, ਮਾਰਨਾ, ਖਤਮ ਕਰਨਾ ਆਮ ਕਿਸੇ ਐਰੇ ਗੈਰੇ ਦੇ ਵੱਸ ਦੀ ਗੱਲ ਨਹੀਂ। ਸੰਧਿਆ ਵੇਲੇ ਕਹਿੰਦੇ ਕਮਾਲ ਦੀ ਗੱਲ ਦੇਖੋ, ਸਿੱਖਾਂ ਦੀ ਚੜ੍ਹਦੀ ਕਲਾ। ਸੰਧਿਆ ਦਾ ਵੇਲਾ ਹੋਇਆ ਜੀ, ਹੁਣ ਨੁਕਸਾਨ ਤੇ ਬਹੁਤ ਵੱਡਾ ਹੋ ਗਿਆ। ਉਸ ਵਕਤ ਵੀ ਸਾਡੇ ਵਿੱਚ ਢਹਿੰਦੀ ਕਲਾ ਨਹੀਂ ਆਈ। ਸ਼ਾਮ ਵੇਲੇ ਇੱਕ ਨਿਹੰਗ ਸਿੰਘ ਉੱਚੀ ਆਵਾਜ਼ ਦੇ ਵਿੱਚ ਹੋਕਾ ਲਾ ਰਿਹਾ ਹੈ, ਕਹਿੰਦਾ ਤਤ ਖਾਲਸਾ ਸੋ ਰਹਿਓ, ਗਇਓ ਸੋ ਖੋਟ ਗਵਾਏ। ਇਹ ਅੱਜ ਜੋ ਸਾਡੇ ਇਸ ਵਿੱਚ ਸ਼ਹੀਦ ਹੋਏ ਹਨ, ਇਹ ਤੇ ਕੇਵਲ ਖੋਟ ਨਿਕਲੀ ਹੈ, ਤਤ ਖਾਲਸਾ ਤੇ ਹਲੇ ਬਾਕੀ ਜਿਉਂਦਾ ਬਚਿਆ ਹੋਇਆ। ਭਾਵ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਵੀ ਤੁਸੀਂ, ਖੋਟ ਦਾ ਅਰਥ ਹੈ ਵੀ ਤੁਸੀਂ ਸਾਡੇ ਜੁਝਾਰੂ ਨਹੀਂ, ਤੁਸੀਂ ਤੇ ਕੇਵਲ ਬੁੱਢਿਆਂ, ਬੱਚਿਆਂ ਤੇ ਔਰਤਾਂ ਤੇ ਹਮਲਾ ਕੀਤਾ ਹੈ। ਹਲੇ ਸਾਡਾ ਜੁਝਾਰੂ ਖਾਲਸਾ, ਪੰਥ ਖਾਲਸਾ ਲਈ ਜਿਉਂਦਾ, ਸਮਾਂ ਬਣਿਆ ਤੁਹਾਡੇ ਨਾਲ ਫੇਰ ਟੱਕਰ ਲੈਗਾ। ਸਾਧ ਸੰਗਤ ਇੱਕ ਦਿਨ ਦੇ ਵਿੱਚ ਬੜਾ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ। ਨਵਾਬ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੁਲ ਕੌਮ, ਉਹਨਾਂ ਦੇ ਸਰੀਰ ਤੇ 22 ਜ਼ਖਮ ਹਨ। ਚੜ੍ਹਤ ਸਿੰਘ ਸ਼ੁਕਰ ਚੱਕਿਆ ਮਿਸਲ ਦੇ ਮੁਖੀ, ਉਹਨਾਂ ਦੇ ਸਰੀਰ ਤੇ 16 ਜ਼ਖਮ ਸਨ। ਜਿੰਨੇ ਵੀ ਸਿੱਖ ਜਰਨੈਲ ਸਨ ਸਭ ਦੇ 5, 10, 12, 15 ਤੱਕ ਫੱਟ ਉਹਨਾਂ ਦੇ ਜਿਸਮ ਦੇ ਉੱਪਰ ਲੱਗੇ। ਸਰੀਰ ਲਹੂ ਲੁਹਾਨ ਜ਼ਖਮੀ, ਪਰ ਆਤਮਾ ਪੱਖੋਂ ਬੜੀ ਚੜ੍ਹਦੀ ਕਲਾ ਵਿੱਚ। ਸ਼ਾਮ ਵੇਲੇ ਸੋਦਰ ਦਾ ਪਾਠ ਇਕੱਠੇ ਹੋ ਕੇ ਕੀਤਾ, ਅਰਦਾਸ ਕੀਤੀ, ਹੈ ਗਰੀਬ ਨਿਵਾਸ ਤੇਰੀ ਕਿਰਪਾ ਨਾਲ ਦਿਨ ਭਾਣੇ ਅੰਦਰ ਬੀਤਿਆ ਤੇ ਆਈ ਰਹਿਣ ਭਾਣੇ ਅੰਦਰ ਬਤੀਤ ਕਰਵਾਈ ਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਸਾਧ ਸੰਗਤ, ਜਿਸ ਕੌਮ ਕੋਲ ਅਕਾਲ ਪੁਰਖ ਦੀ ਟੇਕ ਹੈ, ਰੱਬੀ ਗਿਆਨ ਦਾ ਖਜ਼ਾਨਾ ਹੋਵੇ, 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇ, ਉਸ ਮਾਲਕ ਦੀ ਟੇਕ ਹੋਵੇ, ਸਰਬੰਸ ਦਾਨੀ ਦਸ਼ਮੇਸ਼ ਪਿਤਾ ਦੀ ਬਖਸ਼ੀ ਖੰਡੇ ਬਾਟੇ ਦੀ ਪੌਲ ਹੋਵੇ, ਉਸ ਕੌਮ ਨੂੰ ਦੁਨੀਆ ਤੋਂ ਮਿਟਾਉਣ ਦਾ ਕੇਵਲ ਸੁਪਨਾ ਵੇਖਿਆ ਜਾ ਸਕਦਾ ਹੈ, ਪਰ ਇਸ ਸੁਪਨੇ ਨੂੰ ਹਕੀਕਤ ਵਿੱਚ ਨਹੀਂ ਬਦਲਿਆ ਗਿਆ।
उस कौम नूं कोई मिटा नहीं सकता, खत्म नहीं कर सकता, तोड़ नहीं सकता। अज भी संसार विच कुछ लोग ऐसे ने जो सिखां नाल बिना गल्लों गाहे बगाहे पंगे लैण दा यतन करते हैं, सानू किसी ना किसी तरीके नाल मटेण दीआं गल्लां करते हैं, पर उन्हां दे ये मनसूबे कदी कामयाब नहीं होणगे। इत्थे अबदाली वर्गे, जहांगीर वर्गे, औरंगजेब वर्गे, मस्सा रंगड़ वर्गियां दी पेश कोई ना गई। तुसीं लोग किहड़े पासिਓਂ गल्लां करदे? ਉਹ ਗੁਰੂ ਨਾਨਕ ਦਾ ਸਾਜਿਆ ਸਿੰਘ ਹੈ, ਦਸਮੇਸ਼ ਪਿਤਾ ਦਾ ਖਾਲਸਾ। ਇਹ ਐਵੇਂ ਐਰੇ ਗੈਰੇ ਦੇ ਵੱਸ ਦੀ ਗੱਲ ਨਹੀਂ, ਇਹਦੇ ਨਾਲ ਟੱਕਰ ਲੈਣੀ। ਅਸੀਂ ਮੌਤ ਵਿੱਚੋਂ ਜ਼ਿੰਦਗੀ ਲੱਭੀ ਹੈ। ਲੋਕ ਜ਼ਿੰਦਗੀ ਮਗਰ ਦੌੜਦੇ ਹਨ, ਸਿੱਖ ਮੌਤ ਨਾਲ ਟਕਰਾ ਜਾਂਦਾ ਹੈ। ਇੱਥੇ ਤਲਵਾਰ ਦੀ ਧਾਰ ਵਿੱਚੋਂ ਜਨਮ ਹੁੰਦਾ ਹੈ, ਤੇ ਤਲਵਾਰ ਦੀ ਧਾਰ ਵਿੱਚੋਂ ਜਨਮੇ ਤੇ ਮੌਤ ਤੋਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੂੰ ਮਿਟਾਉਣਾ ਖਾਲਾ ਜੀ ਦਾ ਵਾੜਾ ਨੇ। ਸਾਧ ਸੰਗਤ, ਅੱਜ 9 ਫਰਵਰੀ 2022 ਦੇ ਦਿਨ ਸਿੱਖ ਜਗਤ ਨੇ ਇਸ ਦਿਨ ਨੂੰ ਮਨਾਉਣ ਦਾ ਉਪਰਾਲਾ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਉਹਨਾਂ ਮਰਜੀਵੜਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ, ਜਿਨ੍ਹਾਂ ਨੇ ਕੌਮ ਲਈ, ਆਪਣੇ ਗੁਰੂ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ, ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਪਰ ਉਹਨਾਂ ਨੇ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਸਿੱਖੀ ਲਈ, ਗੁਰੂ ਲਈ, ਧਰਮ ਲਈ ਸਭ ਕੁਝ ਵਾਰ ਦਿੱਤਾ। ਉਹ ਅੱਜ ਦੇ ਸਮੇਂ ਦੇ ਲੋਕਾਂ ਵਾਂਗ ਉਹ ਕੁਰਸੀਆਂ ਪਿੱਛੇ, ਉਹ ਪਦਵੀਆਂ ਪਿੱਛੇ, ਉਹ ਚੌਧਰਾਂ ਪਿੱਛੇ, ਪ੍ਰਧਾਨਗੀਆਂ ਪਿੱਛੇ ਨਹੀਂ ਦੌੜੇ। ਜੇ ਕਿਤੇ ਅੱਜ ਵਾਲੇ ਸਿੱਖ ਹੁੰਦੇ, ਮੈਨੂੰ ਲੱਗਦਾ ਇਹਨਾਂ ਨੇ ਕਦੋਂ ਦਾ ਔਰ ਅਬਦਾਲੀ ਅੱਗੇ ਸਰੈਂਡਰ ਕਰ ਦੇਣਾ ਸੀ। ਹੱਥ ਖੜੇ ਕਰਕੇ ਈਨ ਮੰਨ ਕੇ ਗੁਲਾਮੀ ਕਬੂਲ ਕਰ ਲੈਂਦੇ ਤੇ ਕਹਿੰਦੇ ਵੀ ਸਾਨੂੰ ਕੋਈ ਕੁਰਸੀ ਚੌਧਰ ਦੇ ਦਿਓ, ਭਾਵੇਂ ਸਾਡੇ ਤੇ ਜੋ ਮਰਜ਼ੀ ਕਰਾ ਲਓ। ਜੋ ਅੱਜ ਦੇ ਸਿੱਖਾਂ ਦੀ ਖਾਸ ਤੌਰ ਤੇ ਆਗੂਆਂ ਦੀ ਰਾਜਨੀਤੀ ਦੇ ਹਾਲਾਤ ਨੇ ਸਾਧ ਸੰਗਤ, ਬਹੁਤ ਕਸੂਤੇ ਹਾਲਾਤ ਨੇ, ਬੜੇ ਗਲਤ ਹਾਲਾਤ ਨੇ। ਦਾਤਾ ਮਿਹਰ ਕਰੇ ਸਾਡੀ ਕੌਮ ਇਸ ਦੁਰਦਸ਼ਾ ਵਿੱਚੋਂ ਨਿਕਲੇ, ਇਸ ਡੂੰਘੀ ਖੱਡ ਵਿੱਚੋਂ ਨਿਕਲੇ। ਅਸੀਂ ਗੁਰੂ ਦੀ ਬਾਣੀ ਨਾਲ ਜੁੜ ਕੇ ਉੱਚੇ ਸੁੱਚੇ ਗਿਆਨ ਨੂੰ, ਮੁਰਾਤਬੇ ਨੂੰ ਹਾਸਲ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਦਾਤਾ ਮਿਹਰ ਕਰੇ ਸਾਨੂੰ ਪ੍ਰੇਰਨਾ ਮਿਲੇ, ਇਹ ਇਤਿਹਾਸਕ ਸਾਖੀਆਂ ਤੋਂ ਪ੍ਰੇਰਨਾ ਲਈਏ। ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਤਾਂ ਕਿ ਸਾਨੂੰ ਆਪਣੇ ਅਮੀਰ ਵਿਰਸੇ ਦੀ ਪਹਿਚਾਣ ਹੋਵੇ ਤੇ ਅਸੀਂ ਗੁਰੂ ਦੇ ਸਿੱਖ ਹੋਣ ਦਾ ਮਾਣ ਮਹਿਸੂਸ ਕਰ ਸਕੀਏ। ਆਪ ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।